you can see the different parts of burning flame of a candle. There is a blue color in the outermost region, which show that there is sufficient oxygen and complete combustion of wax vapors takes place, producing carbon dioxide and water vapors. It has the highest temperature in the flame. In other words, it is the hottest zone of the flame. The outermost zone is quite thin and non-luminous. At the base of wick, there is oxygen-rich region where carbon monoxide burn with blue color. This region of flame is known as blue zone. And goldsmiths blow the outer zone of a flame with a metallic blowpipe for melting the pieces of gold and silver into the desired shape to make jewelry. In the middle portion, there is a yellow color, which show that there is less oxygen available for the combustion. Therefore, the complete combustion do not takes place here. The partial burning of wax vapors produce carbon particles and carbon monoxide. The unburnt carbon particles become hot and emit yellow light. So it is the glow of hot carbon particles which makes the middle zone of flame luminous, and these carbon particles then leave the flame as a smoke and soot. The middle zone of flame is moderately hot, and this zone is the major part of the candle flame. The innermost portion, that is black in color due to the lesser oxygen available. This zone lacks oxygen, and hence in this zone least or no combustion takes place, so it appears black. It contains unburnt wax vapors. The innermost zone is the least hot part of the flame. In other words, we can say the innermost zone is the least hot region of the flame. So there are three different parts of flame of burning candle, and the color of the flame depends upon the availability of oxygen in the different region. Hello dear students, how are you all? Dear students, ਅੱਜ ਅਸੀਂ ਮੋਮਬੱਤੀ ਦੀ ਲਾਟ ਦੇ ਵੱਖ-ਵੱਖ ਭਾਗਾਂ ਦਾ ਅਧਿਐਨ ਕਰਨ ਜਾ ਰਹੇ ਹਾਂ. Means today we will study about the different parts of flame of a candle. Okay, so ਉਸ ਦੇ ਲਈ ਬੱਚੇ ਸਾਡੇ ਕੋਲ ਇਹ ਕੈਂਡਲ ਹੈ. ਕੈਂਡਲ ਨੂੰ ਅਸੀਂ ਇਸ ਤਰ੍ਹਾਂ ਜਲਾਇਆ ਹੋਇਆ ਹੈ. ਠੀਕ ਹੈ, ਤੁਸੀਂ ਇਹਨੂੰ ਦੇਖ ਸਕਦੇ ਹੋ. ਇਹਦੇ ਵਿੱਚ ਤਿੰਨ ਜਿਹੜੇ ਨੇ ਮੁੱਖ ਭਾਗ ਹੈਗੇ ਨੇ. ਐਕਚੁਅਲ ਵਿੱਚ ਮੋਮਬੱਤੀ ਦੀ ਲਾਟ ਦਾ ਰੰਗ ਜਿਹੜਾ ਹੈ ਉਹ ਡਿਪੈਂਡ ਕਰਦਾ ਹੈ ਹਵਾ ਦੀ ਮਾਤਰਾ ਤੇ. ਠੀਕ ਹੈ, ਇੱਕ ਹੀ ਦੇਖੋ ਲਾਟ ਜਗ ਰਹੀ ਹੈ, ਲੇਕਿਨ ਉਹਦੇ ਤਿੰਨ ਮੇਨ ਕਲਰ ਜਿਹੜੇ ਆ ਤੁਹਾਨੂੰ ਦਿਖਾਈ ਦੇ ਰਹੇ. ਇਹਦੇ ਵਿੱਚ ਇੱਕ ਬਲੈਕ ਪੋਰਸ਼ਨ ਹੈ, ਠੀਕ ਹੈ, ਇੱਕ ਬਲੂ ਕਲਰ ਦਾ ਪੋਰਸ਼ਨ ਹੈਗਾ ਤੇ ਇੱਕ ਜਿਹੜਾ ਔਰੇਂਜ ਕਲਰ ਦਾ ਪੋਰਸ਼ਨ ਹੈਗਾ. ਠੀਕ ਹੈ, ਤੋਂ ਸਭ ਤੋਂ ਪਹਿਲਾਂ ਅਸੀਂ ਜਿਹੜਾ ਬਲੈਕ ਪੋਰਸ਼ਨ ਹੈ ਇਹਦੇ ਬਾਰੇ ਗੱਲ ਕਰਾਂਗੇ. ਬਲੈਕ ਪੋਰਸ਼ਨ ਦਾ ਮਤਲਬ ਹੁੰਦਾ ਹੈ ਕਿ ਜਿੱਥੇ ਮੋਮਬੱਤੀ ਦੇ ਸਭ ਤੋਂ ਘੱਟ ਗਰਮ ਪੋਰਸ਼ਨ ਹੈ ਔਰ ਇੱਥੇ ਹਵਾ ਦੀ ਮਾਤਰਾ ਜਿਹੜੀ ਹੈ ਬਹੁਤ ਘੱਟ ਹੁੰਦੀ ਹੈ, ਜਿਹਦੇ ਕਰਕੇ ਪੂਰਨ ਜਾਲਣ ਜਿਹੜਾ ਆ ਉਹ ਕੈਂਡਲ ਦਾ ਨਹੀਂ ਹੁੰਦਾ ਤੇ ਇਹਦੇ ਵਿੱਚ ਮੋਮ ਦੇ ਕਣ ਵੀ ਜਿਹੜੇ ਨੇ ਉਹ ਜ਼ਿਆਦਾ ਹੁੰਦੇ ਨੇ. ਠੀਕ ਹੈ, ਇਹਨੂੰ ਪ੍ਰੂਫ ਕਰਨ ਲਈ ਅਸੀਂ ਕਿਸ ਤਰ੍ਹਾਂ ਕਰਾਂਗੇ. ਦੇਖੋ, ਇਸ ਵਿੱਚ ਅਸੀਂ ਮੋਮਬੱਤੀ ਦੇ ਅੰਦਰੂਨੀ ਭਾਗ ਦੇ ਵਿੱਚ ਲੈ ਕੇ ਜਾਵਾਂਗੇ ਤੇ ਜੇ ਇਹ ਦੇਖੋ ਬੱਚੋ, ਇਹ ਮੋਮ ਦੇ ਕੀ ਹੈ ਅਣਜਲੇ ਕਣ ਹੈਗੇ ਨੇ, ਜਿਹਦੇ ਕਰਕੇ ਇਸ ਸਾਈਡ ਵੀ ਜਿਹੜੀ ਹੈ ਲਾਟ ਜਿਹੜੀ ਸੀ ਉਹ ਜਗ ਰਹੀ ਸੀ. ਇੱਥੇ ਵੀ ਜਾਲਣ ਜਿਹੜਾ ਆ ਉਹ ਕੀ ਆ ਹੋ ਰਿਹਾ ਹੈਗਾ. ਇੱਥੇ ਵੀ ਜਾਲਣ ਜਿਹੜਾ ਆ ਉਹ ਹੋ ਰਿਹਾ ਮੋਮ ਦਾ. ਓਕੇ ਬੱਚੋ, ਇਹਦਾ ਮਤਲਬ ਇੱਥੇ ਕੀ ਆ, ਇਸ ਸਾਈਡ ਇਸ ਪੋਰਸ਼ਨ ਦੇ ਵਿੱਚ ਜਿਹੜਾ ਇਨਰ ਮੋਸਟ ਪੋਰਸ਼ਨ ਹੈ ਇੱਥੇ ਮੋਮ ਦਾ ਜਿਹੜਾ ਜਾਲਣ ਹੈ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਰਿਹਾ, ਜਿਸ ਕਰਕੇ ਇੱਥੇ ਜਿਹੜੀ ਫਲੇਮ ਦਾ ਰੰਗ ਹੈਗਾ ਉਹ ਬਲੈਕ ਹੈ. ਓਕੇ, ਤੇ ਪਿਆਰੇ ਵਿਦਿਆਰਥੀਓ, ਜੇਕਰ ਅਸੀਂ ਹੁਣ ਗਲਾਸ ਸਲਾਈਡ ਨੂੰ ਪੇਅਰ ਆਫ ਟੋਂਗ ਦੀ ਮਦਦ ਦੇ ਨਾਲ ਲਿਊਮੀਨਸ ਮਿਡਲ ਜ਼ੋਨ ਆਫ ਕੈਂਡਲ ਫਲੇਮ ਦੇ ਵਿੱਚ ਲੈ ਕੇ ਜਾਂਦੇ ਹਾਂ ਤੇ ਵਿਦਿਆਰਥੀਓ ਤੁਸੀਂ ਇੱਥੇ ਸਰਕੂਲਰ ਬਲੈਕਿਸ਼ ਰਿੰਗ ਗਲਾਸ ਸਲਾਈਡ ਉੱਪਰ ਦੇਖੋਗੇ, ਜੋ ਇੰਡੀਕੇਟ ਕਰਦੀ ਹੈ ਅਨਬਰਨਡ ਕਾਰਬਨ ਪਾਰਟੀਕਲਸ ਵਿਚ ਆਰ ਪ੍ਰੈਜ਼ੈਂਟ ਇਨ ਦੀ ਲਿਊਮੀਨਸ ਜ਼ੋਨ ਆਫ ਦੀ ਫਲੇਮ. ਠੀਕ ਹੈ, ਤੇ ਉਸ ਤੋਂ ਬਾਅਦ ਅਗਲਾ ਪੋਰਸ਼ਨ ਆਉਂਦਾ ਹੈ, ਇਹ ਹੈਗਾ ਔਰੇਂਜ ਕਲਰ ਦਾ. ਤੇ ਔਰੇਂਜ ਕਲਰ ਦੇ ਵਿੱਚ ਵਿਦਿਆਰਥੀਓ ਇੱਥੇ ਹਵਾ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ, ਜਿਹਦੇ ਕਰਕੇ ਫਲੇਮ ਦਾ ਰੰਗ ਜਿਹੜਾ ਹੈ ਉਹ ਕੀ ਹੋ ਗਿਆ
ਉਹ orange ਕਲਰ ਦਾ ਹੋ ਗਿਆ। ਤੇ ਲਾਸਟ ਵਿੱਚ ਜਿਹੜਾ ਸਭ ਤੋਂ ਬਾਹਰੀ ਪੋਰਸ਼ਨ ਹੈ, ਸਭ ਤੋਂ ਬਾਹਰ ਵਾਲਾ ਪੋਰਸ਼ਨ ਜਿਹੜਾ ਆ ਉਹ ਤੁਹਾਨੂੰ ਬਲੂ ਦਿਖਾਈ ਦੇ ਰਿਹਾ, ਠੀਕ ਹੈ, ਲਾਈਕ ਦਿਸ, ਇਸ ਤਰ੍ਹਾਂ ਦਿਖਾਈ ਦੇ ਰਿਹਾ ਹੈ ਇਹ ਬਲੂ ਪੋਰਸ਼ਨ। ਇਸ ਪੋਰਸ਼ਨ ਦੇ ਵਿੱਚ ਕੀ ਹੈ, ਆਲੇ ਦੁਆਲੇ ਹਵਾ ਜਿਹੜੀ ਹੈ ਉਹ ਜ਼ਿਆਦਾ ਹੋਣ ਕਰਕੇ ਉੱਥੇ ਮੋਮ ਦਾ ਪੂਰਨ ਚਾਲਨ ਹੋ ਰਿਹਾ, ਮਤਲਬ ਕੰਪਲੀਟ ਕੰਬਸਸ਼ਨ ਹੋ ਰਹੀ ਹੈ, ਜਿਹਦੇ ਕਰਕੇ ਇਹਦਾ ਰੰਗ ਜਿਹੜਾ ਉਹ ਬਲੂ ਹੈਗਾ, ਠੀਕ ਹੈ। ਤਾਂ ਸਭ ਤੋਂ ਆਊਟਰ ਮੋਸਟ ਪਾਰਟ ਜਿਹੜਾ ਹੈ ਸਭ ਤੋਂ ਗਰਮ ਹੁੰਦਾ ਹੈ, ਕਿਉਂਕਿ ਇੱਥੇ ਹਵਾ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਸਭ ਤੋਂ ਜ਼ਿਆਦਾ ਗਰਮ ਇਹ ਪੋਰਸ਼ਨ ਹੁੰਦਾ ਹੈ। ਉਸ ਤੋਂ ਬਾਅਦ ਅਗਲਾ ਪੋਰਸ਼ਨ ਜਿਹੜਾ ਹੈਗਾ, ਜਿਵੇਂ ਜਿਵੇਂ ਆਪਾਂ ਅੰਦਰ ਜਾਂਦੇ ਹਾਂ ਹਵਾ ਦੀ ਮਾਤਰਾ ਘਟਦੀ ਹੈ ਤੇ ਰੰਗ ਜਿਹੜਾ ਹੈ ਔਰੇਂਜ, ਜਿਹੜੇ ਬਲੂ ਤੋਂ ਔਰੇਂਜ ਹੁੰਦਾ ਹੈ, ਔਰੇਂਜ ਤੋਂ ਬਾਅਦ ਫਿਰ ਕੀ ਹੈ ਬਲੈਕ ਹੋ ਜਾਂਦਾ, ਜਿੱਥੇ ਕਿ ਸਭ ਤੋਂ ਘੱਟ ਮਾਤਰਾ ਵਿੱਚ 에ਅਰ ਹੁੰਦੀ ਹੈ। ਤੋ ਤੁਸੀਂ ਇਹ ਕਹਿ ਸਕਦੇ ਹੋ ਕਿ ਮੋਮਬੱਤੀ ਦੇ ਲਾਟ ਦੇ ਜਿਹੜੇ ਭਾਗ ਨੇ ਉਹ ਹਵਾ ਦੀ ਮਾਤਰਾ ਉੱਤੇ ਡਿਪੈਂਡ ਕਰਦੇ ਹਨ, ਠੀਕ ਹੈ ਜੀ। ਤੋ ਆਕਸੀਜਨ ਦੀ ਮਾਤਰਾ ਜਿੱਥੇ ਜ਼ਿਆਦਾ ਹੋਏਗੀ ਸਭ ਤੋਂ ਜ਼ਿਆਦਾ ਬਾਹਰ ਵਾਲੇ ਪਾਸੇ ਹੋਊਗੀ, ਜਿਹਦੇ ਕਰਕੇ ਉੱਥੇ ਪੂਰਨ ਚਾਲਨ ਹੋਏਗਾ, ਮਤਲਬ ਕੰਪਲੀਟ ਕੰਬਸਸ਼ਨ ਹੈ। ਔਰ ਸਭ ਤੋਂ ਇਨਰ ਪੋਰਸ਼ਨ ਦੇ ਵਿੱਚ ਜਿਹੜੀ ਹੈ ਮਾਤਰਾ, ਹਵਾ ਦੀ ਮਾਤਰਾ ਸਭ ਤੋਂ ਘੱਟ ਹੈ, ਜਿਹਦੇ ਕਰਕੇ ਇਹਦਾ ਰੰਗ ਜਿਹੜਾ ਉਹ ਕੀ ਹੈ ਬਲੈਕ ਹੈ, ਠੀਕ ਹੈ। ਸੋ ਇਹ ਤੁਸੀਂ ਮੋਮਬੱਤੀ ਦੇ ਜਿਹੜੀ ਕੈਂਡਲ ਹੈ, ਬਰਨਿੰਗ ਕੈਂਡਲ ਹੈਗੀ ਆ, ਉਹਦੀ ਲਾਟ ਵਿੱਚ ਵੀ ਦੇਖ ਸਕਦੇ ਹੋ। ਬਾਹਰੀ ਪੋਰਸ਼ਨ ਜਿਹੜਾ ਉਹ ਕੀ ਹੈ ਬਲੂ ਹੈ, ਉਸ ਤੋਂ ਅੰਦਰ ਵਾਲਾ ਔਰੇਂਜ ਰੈੱਡ ਕਲਰ ਹੋ ਗਿਆ, ਠੀਕ ਹੈ, ਔਰੇਂਜ ਕਲਰ ਹੈ। ਤੇ ਲਾਸਟ ਵਿੱਚ ਜਿਹੜਾ ਸਭ ਤੋਂ ਇਨਰ ਮੋਸਟ ਪੋਰਸ਼ਨ ਹੈ ਉਹ ਕੀ ਹੈਗਾ ਹੈ, ਕਿਹੜੇ ਕਲਰ ਦਾ ਹੈ, ਬਲੈਕ ਕਲਰ ਦਾ ਹੈ। ਓਕੇ ਬੱਚੋ, ਸੋ ਇਹ ਸੀ ਤੁਹਾਡੇ ਮੋਮਬੱਤੀ ਦੇ ਭਾਗ ਤੇ ਉਹਦੇ ਨਾਲ ਰਿਲੇਟਡ ਇਹ ਵਾਲੀ ਐਕਟੀਵਿਟੀ। ਥੈਂਕ ਯੂ।